ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 30 ਮਾਰਚ ਹੈ, ਦਿਨ ਮੰਗਲਵਾਰ ਹੈ। ਅੱਜ ਦੇ ਦਿਨ ਦੀਆਂ ਅਹਿਮ ਖਬਰਾਂ ਦੱਸ ਦਈਏ ਤਾਂ ਐਸਜੀਪੀਸੀ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ। ਸਾਲਾਨਾ ਬਜਟ ਐਸਜੀਪੀਸੀ ਦੇ ਵੱਲੋਂ ਹਰ ਸਾਲ ਪੇਸ਼ ਕੀਤਾ ਜਾਂਦਾ ਹੈ, ਜਿਹੜਾ ਅੱਜ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋ ਰਹੀ ਹੈ 31 ਮਾਰਚ ਨੂੰ। ਕਾਫੀ ਲੰਬੇ ਸਮੇਂ ਬਾਅਦ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋ ਰਹੀ ਹੈ। ਹਾਲਾਂਕਿ ਇਸ ਦਾ ਏਜੰਡਾ ਕੀ ਹੋਵੇਗਾ ਬੈਠਕ ਦਾ, ਇਸ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ, ਪਰ 31 ਮਾਰਚ ਨੂੰ 5 ਤਖਤਾਂ ਦੇ ਸਿੰਘ ਸਾਹਿਬਾਨ ਇਕੱਠੇ ਹੋਣਗੇ। ਮਲੋਟ ਦੇ ਵਿੱਚ ਜਿਹੜਾ ਬੀਜੇਪੀ ਨੇ ਬੰਦ ਸੱਦਿਆ ਸੀ ਕੱਲ੍ਹ, ਉਹ ਪੂਰੀ ਤਰ੍ਹਾਂ ਦੇ ਨਾਲ ਬੇਅਸਰ ਰਿਹਾ ਹੈ। ਇੱਕ ਪਾਸੇ ਬੀਜੇਪੀ ਦੇ ਵਰਕਰ ਦੁਕਾਨਾਂ ਬੰਦ ਕਰਾਉਂਦੇ ਨਜ਼ਰ ਆਏ, ਦੁਕਾਨਦਾਰ ਵਿਰੋਧ ਕਰਦੇ ਨਜ਼ਰ ਆਏ, ਤਾਂ ਦੂਸਰੇ ਪਾਸੇ ਕਿਸਾਨਾਂ ਨੇ ਵੀ ਉੱਥੇ ਮੋਰਚਾ ਲਾਇਆ ਹੋਇਆ ਸੀ ਤੇ ਮਲੋਟ ਵਿੱਚ ਪਰਚੇ ਰੱਦ ਕਰਨ ਨੂੰ ਲੈ ਕੇ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਟੁੱਟ ਗਈ ਹੈ। ਕਿਸਾਨ ਜਥੇਬੰਦੀਆਂ ਨੇ ਅਣਮਿੱਥੇ ਸਮੇਂ ਲਈ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਇਹ ਵੀ ਜਾਣਕਾਰੀ ਮਿਲੀ ਕਿ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਮਲੋਟ ਵਿੱਚ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ। ਤੇ ਇੱਕ ਹੋਰ ਖਬਰ ਵੀ ਮਿਲ ਰਹੀ ਹੈ, ਤੜਕੇ ਪੰਜਾਬ ਦੇ ਪ੍ਰਸਿੱਧ ਸੁਰੀਲੇ ਤੇ ਨੌਜਵਾਨ ਗਾਇਕ ਦਿਲਜਾਨ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਪ੍ਰੋਗਰਾਮ ਸੁਰਖਸ਼ੇਤਰ ਰਾਹੀਂ ਪ੍ਰਸਿੱਧ ਹੋਏ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦਿਲਜਾਨ ਦੀ ਪਤਨੀ ਤੇ ਧੀ ਵਿਦੇਸ਼ ਵਿੱਚ ਰਹਿੰਦੀਆਂ ਨੇ। ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸ਼ਾਨੋ ਸ਼ੌਕਤ ਦੇ ਨਾਲ ਸਮਾਪਤ ਹੋ ਗਿਆ। ਇਸ ਮੌਕੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾ ਕੇ ਨੌਜਵਾਨਾਂ ਨੇ ਕੋਈ ਪਾਪ ਨਹੀਂ ਕੀਤਾ। ਕਰੋਨਾ ਦੇ ਕਹਿਰ ਕਾਰਨ ਅਗਲੇ ਸੈਸ਼ਨ ਵਿੱਚ ਵੀ ਸਕੂਲ ਨਹੀਂ ਖੁੱਲਣਗੇ। ਘਰਾਂ ਤੋਂ ਹੀ ਪੜ੍ਹਾਈ ਹੋਏਗੀ, ਪਹਿਲੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ। ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਤੇ ਸਕੂਲ ਪ੍ਰਬੰਧਕਾਂ ਨੇ ਤੇ ਅਧਿਆਪਕਾਂ ਨੇ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਨੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਬਿਜਲੀ ਬਿੱਲ ਘੱਟ ਆਉਣ ਦੀ ਸੰਭਾਵਨਾ ਹੋ ਸਕਦੀ ਹੈ। 32% ਦੀ ਬਿਜਲੀ ਸਸਤੀ ਹੋ ਸਕਦੀ ਹੈ। ਕਿਸਾਨ ਅੰਦੋਲਨ ਦੇ ਵਿੱਚ ਲੱਖਾ ਸਿਧਾਣਾ ਦੀ ਵਾਪਸੀ ਬਾਰੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਫੇਸਬੁੱਕ ਦੇ ਉੱਤੇ ਇੱਕ ਸਾਂਝੀ ਕੀਤੀ ਹੈ ਜਾਣਕਾਰੀ। ਕਿਹਾ ਕਿ 24 ਮਾਰਚ ਨੂੰ ਪੰਜਾਬ ਦੀਆਂ ਜਿਹੜੀਆਂ 32 ਜਥੇਬੰਦੀਆਂ ਨੇ ਸਾਰਿਆਂ ਦੀ ਮੀਟਿੰਗ ਹੋਈ ਸੀ। ਉਹਨਾਂ ਨੇ ਫੈਸਲਾ ਲਿਆ ਸੀ ਕਿ ਲੱਖਾ ਸਿਧਾਣਾ ਇੱਥੇ ਆ ਵੀ ਸਕਦਾ ਹੈ ਅਤੇ ਸਟੇਜ ਤੇ ਬੋਲ ਵੀ ਸਕਦਾ ਹੈ, ਪਰ ਕੰਵਰ ਗਰੇਵਾਲ ਨੇ ਮੰਗ ਕੀਤੀ ਹੈ ਕਿ ਇਸ ਦਾ ਐਲਾਨ ਜਿਹੜਾ ਹੈਗਾ ਉਹ ਜਨਤਕ ਕੀਤਾ ਜਾਵੇ, ਕਿਉਂਕਿ ਬਹੁਤ ਦਿਨ ਲੰਘ ਗਏ ਨੇ 24 ਮਾਰਚ ਦੀ ਮੀਟਿੰਗ ਤੋਂ ਬਾਅਦ। ਹੁਣ ਆਖਰੀ ਜਿਹੜਾ ਫੈਸਲਾ ਹੈ ਉਹ ਕਿਉਂ ਨਹੀਂ ਜਥੇਬੰਦੀਆਂ ਲੈ ਰਹੀਆਂ ਤੇ ਲੱਖਾ ਸਿਧਾਣਾ ਇੱਥੇ ਪ੍ਰੋਟੈਸਟ ਦੇ ਵਿੱਚ ਆ ਕੇ ਜੁੜੇ। ਦੇਸ਼ ਦੀਆਂ ਸਭ ਤੋਂ ਵੱਧ ਤਾਕਤਵਰ ਹਸਤੀਆਂ ਦੀ ਲਿਸਟ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਮ ਵੀ ਸ਼ਾਮਿਲ ਹੈ। ਕੱਲ੍ਹ ਜਿੱਥੇ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਹਿੰਦੂ ਭਾਈਚਾਰੇ ਦੇ ਵੱਲੋਂ ਮਨਾਇਆ ਗਿਆ, ਉੱਥੇ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਵੀ 3 ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹੋਲੀ ਦਾ ਤਿਉਹਾਰ ਮਨਾਇਆ। ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਨੇ ਜਸ਼ਨ ਵੀ ਮਨਾਇਆ, ਢੋਲ ਦੇ ਡਗੇ ਤੇ ਭੰਗੜੇ ਵੀ ਪਾਏ 3 ਖੇਤੀ ਕਾਨੂੰਨਾਂ ਨੂੰ ਸਾੜਨ ਦੇ ਮੌਕੇ ਤੇ। ਹੋਲੀ ਮੌਕੇ ਦੇਸ਼ ਦੇ ਵਿੱਚ ਕਈ ਹਾਦਸੇ ਵਾਪਰੇ ਨੇ, ਇਹ ਵੀ ਤੁਹਾਨੂੰ ਦੱਸਾਂਗੇ ਇਹਨਾਂ ਖਬਰਾਂ ਦੇ ਵਿੱਚ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਬੁਲੇਟਿਨ ਦੇ ਵਿੱਚ ਪੰਜਾਬ ਦੀਆਂ ਅਹਿਮ ਖਬਰਾਂ ਬਾਰੇ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੀਆਂ, ਜਿੱਥੇ ਹੋਲਾ ਮਹੱਲਾ ਦੀਆਂ ਰੌਣਕਾਂ ਪਿਛਲੇ 3 ਦਿਨਾਂ ਤੋਂ ਸਜੀਆਂ ਹੋਈਆਂ ਸੀ ਅਤੇ 29 ਮਾਰਚ ਨੂੰ ਹੋਲਾ ਮਹੱਲਾ ਦਾ ਆਖਰੀ ਦਿਨ ਸੀ, ਸਮਾਗਮਾਂ ਦਾ ਆਖਰੀ ਦਿਨ ਸੀ। ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਹਰ ਸਾਲ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਤੇ ਆਖਰੀ ਦਿਨ ਮਹੱਲਾ ਜਿਹੜਾ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਦੇ ਵੱਲੋਂ ਸਜਾਇਆ ਜਾਂਦਾ ਹੈ। ਸ਼ਸਤਰ ਦੇ ਜੌਹਰ ਦਿਖਾਏ ਜਾਂਦੇ ਨੇ, ਨੇਜੇਬਾਜ਼ੀ, ਘੋੜਸਵਾਰੀ, ਇਹ ਸਾਰੀ ਚਰਨ ਗੰਗਾ ਸਟੇਡੀਅਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਇਸ ਵਾਰ ਹੋਲੇ ਮਹੱਲੇ ਤੇ ਕਰੋਨਾ ਦੇ ਭੈ ਦੇ ਕਾਰਨ, ਸਹਿਮ ਦੇ ਕਾਰਨ ਜਾਂ ਰੋਕਾਂ ਦੇ ਕਾਰਨ ਸੰਗਤ ਪਹਿਲਾਂ ਵਾਂਗੂ ਨਹੀਂ ਪਹੁੰਚ ਸਕੀ। ਸੰਗਤ ਦੀ ਜਿਹੜੀ ਘਾਟ ਹੈ ਉਹ ਥੋੜੀ ਰੜਕਦੀ ਦੇਖੀ ਗਈ ਹੈ। ਪਹਿਲਾਂ ਜਿੰਨੀ ਗਿਣਤੀ ਨਹੀਂ ਸੀ, ਪਰ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਪਿਛਲੇ 3 ਦਿਨਾਂ ਤੋਂ ਵੀ ਪਹਿਲਾਂ ਤੋਂ ਪਹੁੰਚ ਰਹੀਆਂ ਸੀ। ਇਸ ਮੌਕੇ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇੱਕ ਵੱਡਾ ਜਿਹੜਾ ਮਹੱਲਾ ਨਗਰ ਕੀਰਤਨ ਦੇ ਸਰੂਪ ਦੇ ਵਿੱਚ ਸਜਾਇਆ ਜਾਂਦਾ ਹੈ, ਜਿਸ ਦੇ ਵਿੱਚ ਖਾਲਸੇ ਦੀ ਸ਼ਾਨੋ ਸ਼ੌਕਤ ਖਾਸ ਤੌਰ ਤੇ ਦੇਖਣ ਨੂੰ ਮਿਲਦੀ ਹੈ। ਘੋੜਿਆਂ ਦੇ ਉੱਤੇ ਨੀਲੇ ਬਾਣਿਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੁੰਦੇ ਨੇ, ਹਾਥੀ ਵੀ ਹੁੰਦੇ ਨੇ ਤੇ ਇਹ ਸਾਰੀਆਂ ਜਿਹੜੀਆਂ ਫੌਜਾਂ ਹੁੰਦੀਆਂ ਨੇ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਨਿਹੰਗ ਸਿੰਘ ਫੌਜਾਂ, ਖਾਲਸੇ ਦੀਆਂ ਫੌਜਾਂ ਚਰਨ ਗੰਗਾ ਸਟੇਡੀਅਮ ਤੱਕ ਪਹੁੰਚਦੀਆਂ ਨੇ। ਫਿਰ ਉੱਥੇ ਜਾ ਕੇ ਨੇਜੇਬਾਜ਼ੀ ਅਤੇ
ਘੋੜਸਵਾਰੀ ਦੇ ਜੌਹਰ ਨੇ ਜਿਹੜੇ ਸਿੰਘਾਂ ਦੇ ਵੱਲੋਂ ਦਿਖਾਏ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਸਨਮਾਨਿਤ ਵੀ ਕੀਤਾ ਜਾਂਦਾ ਹੈ ਨਿਹੰਗ ਸਿੰਘਾਂ ਦੀਆਂ ਫੌਜਾਂ ਨੂੰ। ਸੋ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਅਹਿਮ ਬਿਆਨ ਦਿੱਤਾ ਹੈ ਕਿ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾ ਕੇ ਸਿੱਖਾਂ ਨੇ ਕੋਈ ਪਾਪ ਨਹੀਂ ਕੀਤਾ। ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜਾ ਲਾਲ ਕਿਲੇ ਤੇ 26 ਜਨਵਰੀ 2021 ਨੂੰ ਨੌਜਵਾਨਾਂ ਨੇ ਕੇਸਰੀ ਝੰਡਾ ਲਹਿਰਾਇਆ ਤੇ ਕਿਸਾਨੀ ਦਾ ਝੰਡਾ ਲਹਿਰਾਇਆ, ਉਹ ਕੋਈ ਪਾਪ ਨਹੀਂ ਹੈ। ਜਥੇਦਾਰ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਚੱਲਿਆ ਤਾਂ ਨੌਜਵਾਨ ਜਜ਼ਬਾਤੀ ਹੋ ਗਏ, ਉਹ ਲਾਲ ਕਿਲੇ ਤੇ ਚਲੇ ਗਏ, ਉੱਥੇ ਉਹਨਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ ਤੇ ਇਹ ਕਰਕੇ ਨੌਜਵਾਨਾਂ ਨੇ ਕੋਈ ਪਾਪ ਨਹੀਂ ਕੀਤਾ, ਪਰ ਸਰਕਾਰ ਨੇ ਝੂਠੇ ਮਾਮਲੇ ਦਰਜ ਕਰਕੇ ਸੈਂਕੜੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ। ਇਸ ਸੰਦੇਸ਼ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈ, ਉਹਨਾਂ ਕਿਹਾ ਕਿ ਰਾਜਨੀਤੀ ਜਦੋਂ ਸਮਾਜ ਦੇ ਉੱਤੇ ਭਾਰੂ ਪੈਂਦੀ ਹੈ ਤਾਂ ਸਮਾਜ ਦਾ ਨੁਕਸਾਨ ਹੁੰਦਾ ਹੈ। ਉਹਨਾਂ ਨੇ ਭਾਰਤ ਦੀ ਹਾਲਤ ਪਤਲੀ ਹੋਣ ਪਿੱਛੇ ਦੇਸ਼ ਤੇ ਰਾਜਨੀਤੀ ਭਾਰੀ ਹੋਣ ਦੀ ਗੱਲ ਕਹੀ। ਜਥੇਦਾਰ ਨੇ ਕਿਹਾ ਕਿ ਦੇਸ਼ ਦਾ ਦਿਵਾਲਾ ਨਿਕਲਿਆ ਪਿਆ, ਜਿਸ ਕਾਰਨ ਸਾਨੂੰ ਆਪਣੇ ਧਰਮ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਜਥੇਦਾਰ ਨੇ ਕਿਹਾ ਕਿ ਜ਼ਬਰ ਦਾ ਮੁਕਾਬਲਾ ਧਰਮ ਦੇ ਸਹਿਜ ਨਾਲ ਕੀਤਾ ਜਾ ਸਕਦਾ ਹੈ, ਇਸ ਕਰਕੇ ਹਰ ਸਿੱਖ ਨੂੰ ਵਧੇਰੇ ਧਰਮੀ ਹੋਣ ਦੀ ਲੋੜ ਹੈ। ਜੇ ਅਸੀਂ ਬਚਣਾ ਹੈ ਤਾਂ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ, ਜੇ ਅਸੀਂ ਧਰਮ ਤੋਂ ਦੂਰ ਹੋ ਗਏ ਤਾਂ ਸਾਡੀ ਹੋਂਦ ਖਤਰੇ ਵਿੱਚ ਹੈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਸਾਡੀ ਕੌਮ ਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਇਸ ਕਰਕੇ ਸਾਡੇ ਕੁਝ ਗੁਰਦੁਆਰਾ ਸਾਹਿਬਾਨਾਂ ਦੀ ਹੋਂਦ ਵੀ ਖਤਰੇ ਵਿੱਚ ਹੈ। ਉਹਨਾਂ ਕਿਹਾ ਕਿ ਸਰਕਾਰ ਖਾਲਸਾ ਪੰਥ ਦੇ ਸਬਰ ਨੂੰ ਹੋਰ ਨਾ ਪਰਖੇ, ਸਗੋਂ ਇਹ ਯਾਦ ਰੱਖੇ ਕਿ ਪੰਜਾਬ ਤੇ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ, ਸੁਰੱਖਿਆ ਤੇ ਹੋਰ ਵੱਡੇ ਕਾਰਜਾਂ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ। ਹੋਲੇ ਮਹੱਲੇ ਦੇ ਨਾਲ ਹੋਲੀ ਤਿਉਹਾਰ ਜਿਹੜਾ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਵੱਲੋਂ ਮਨਾਇਆ ਜਾਂਦਾ ਹੈ, ਉਸ ਦੀਆਂ ਖਬਰਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਬੁਲੇਟਿਨ ਦੇ ਵਿੱਚ ਸੁਣਾਵਾਂਗੇ। ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿੱਥੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਉਣ ਨੂੰ ਲੈ ਕੇ ਜਥੇਦਾਰ ਨੇ ਬਿਆਨ ਦਿੱਤਾ ਹੈ, ਉੱਥੇ ਹੀ ਲਾਲ ਕਿਲੇ ਦੇ ਸਾਹਮਣੇ DSG-MC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜੇਲ੍ਹਾਂ ਦੇ ਵਿੱਚੋਂ ਰਿਹਾ ਹੋਣ ਵਾਲੇ ਸਾਰੇ ਕਿਸਾਨਾਂ ਨੂੰ ਸਨਮਾਨਿਤ ਕੀਤਾ। DSG-MC ਦੇ ਵੱਲੋਂ ਇਹਨਾਂ ਸਾਰੇ ਕਿਸਾਨਾਂ ਨੂੰ ਉੱਥੇ ਹੀ ਖੜਾ ਕੀਤਾ ਗਿਆ ਜਿਸ ਘਟਨਾ ਦਾ ਜ਼ਿਕਰ ਕਰਕੇ, ਜਿਸ ਘਟਨਾ ਨੂੰ ਮੋਹਰਾ ਬਣਾ ਕੇ ਦਿੱਲੀ ਪੁਲਿਸ ਨੇ ਇਹਨਾਂ ਸਾਰੇ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਸੀ। ਲਾਲ ਕਿਲੇ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿਖੇ ਇਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ DSG-MC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇ ਅੱਜ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਖੜੇ ਨਾ ਹੋਏ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਗੁਨਾਹਗਾਰ ਕਹੇਗੀ। ਉਹਨਾਂ ਕਿਹਾ ਕਿ ਕਮੇਟੀ ਦੇ ਯਤਨਾਂ ਸਦਕਾ ਮਾਵਾਂ ਨੂੰ ਹੌਸਲੇ ਹੋ ਗਏ ਕਿ ਕਮੇਟੀ ਉਹਨਾਂ ਦੇ ਪੁੱਤਾਂ ਦੇ ਨਾਲ ਖੜੀ ਹੈ ਤੇ ਇਹ ਸਭ ਦਿੱਲੀ ਦੀ ਸੰਗਤ ਸਦਕਾ ਹੋਇਆ। ਸਿਰਸਾ ਨੇ ਕਿਹਾ ਕਿ ਇਹਨਾਂ ਕਿਸਾਨਾਂ ਵਿੱਚ ਹਰ ਧਰਮ ਦੇ ਕਿਸਾਨ ਸ਼ਾਮਿਲ ਨੇ, ਸਿਰਫ ਸਿੱਖ ਧਰਮ ਦੇ ਕਿਸਾਨ ਹੀ ਸ਼ਾਮਿਲ ਨਹੀਂ ਹੈਗੇ। ਉਹਨਾਂ ਕਿਹਾ ਕਿ ਚਾਹੇ ਸਰਕਾਰ ਕਿੰਨਾ ਮਰਜ਼ੀ ਜ਼ਬਰ ਕਰ ਲਵੇ, ਸਾਨੂੰ ਕਿੰਨਾ ਮਰਜ਼ੀ ਪਰੇਸ਼ਾਨ ਕਰ ਦੇਵੇ, ਪਰ ਅਸੀਂ ਯਾਨੀ ਕਿ ਦਿੱਲੀ ਕਮੇਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਸੀ ਅਤੇ ਖੜੀ ਰਹੇਗੀ। ਹੁਣ ਗੱਲ ਕਰਾਂਗੇ ਬੀਜੇਪੀ ਦੇ ਮਲੋਟ ਬੰਦ ਦੇ ਸੱਦੇ ਦੀ ਕਿ ਕੀ ਅਸਰ ਹੋਇਆ ਹੈ। 29 ਮਾਰਚ ਨੂੰ ਇਸ ਬੰਦ ਦਾ ਸੱਦਾ ਦਿੱਤਾ ਗਿਆ ਸੀ। ਬੀਜੇਪੀ ਵਿਧਾਇਕ ਅਰੁਣ ਨਾਰੰਗ ਦੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਖਿੱਚ ਧੂ ਦੇ ਮਾਮਲੇ ਦੇ ਵਿੱਚ ਦਰਅਸਲ ਜਦੋਂ ਖਿੱਚਤੂ ਹੋਈ ਵਿਧਾਇਕ ਦੀ 27 ਮਾਰਚ ਨੂੰ ਇਹ ਸਾਰੀ ਘਟਨਾ ਵਾਪਰੀ, ਕੱਪੜੇ ਵੀ ਉਤਾਰ ਦਿੱਤੇ ਗਏ ਸੀ, ਮੂੰਹ ਤੇ ਗੱਡੀ ਦੇ ਉੱਤੇ ਕਾਲ ਖਮਾਲ ਦਿੱਤੀ ਗਈ ਸੀ। ਤਿੱਖਾ ਵਿਰੋਧ ਕਿਸਾਨਾਂ ਦੇ ਵੱਲੋਂ ਅਰੁਣ ਨਾਰੰਗ ਦਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਪੰਜਾਬ ਦੇ ਉਹ ਸਾਰੇ ਭੱਖ ਗਏ ਸੀ ਤੇ ਇਸੇ ਤਹਿਤ ਮਲੋਟ ਦੇ ਜਿਹੜੇ ਬੀਜੇਪੀ ਲੀਡਰ ਨੇ ਉਹਨਾਂ ਨੇ ਮਲੋਟ ਬੰਦ ਕਰਨ ਦਾ ਸੱਦਾ ਦਿੱਤਾ ਸੀ। ਪਰ ਮਲੋਟ ਬੰਦ ਜਿਹੜਾ ਬੀਜੇਪੀ ਦੇ ਵੱਲੋਂ ਸੱਦਿਆ ਗਿਆ ਉਹ ਬੇਅਸਰ ਦਿਸਿਆ ਹੈ। ਹਾਲਾਂਕਿ ਬੀਜੇਪੀ ਵਰਕਰਾਂ ਨੇ ਕਿਸਾਨਾਂ ਦੇ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਸਵੇਰੇ ਕੁਝ ਬਾਜ਼ਾਰ ਨੇ ਜਿਹੜੇ ਉਹ ਬੰਦ ਕਰਵਾਏ ਸੀ ਅਤੇ ਪ੍ਰਦਰਸ਼ਨ ਵੀ ਕੀਤੇ, ਪਰ ਦੁਕਾਨਦਾਰ ਇਸ ਦੇ ਵਿਰੋਧ ਦੇ ਵਿੱਚ ਖੜੇ ਹੋ ਗਏ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਆਪਣੀਆਂ ਦੁਕਾਨਾਂ ਬੰਦ ਕਿਉਂ ਕਰੀਏ, ਜੇ ਵਿਧਾਇਕ ਦੀ ਕੁੱਟਮਾਰ ਹੋਈ ਹੈ ਉਸ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਆਪਣੀ ਕਾਰਵਾਈ ਕਰੇਗੀ ਤੇ ਸਾਡੀਆਂ ਦੁਕਾਨਾਂ ਬੰਦ ਕਰਵਾਉਣ ਦਾ ਕੀ ਮਤਲਬ ਬਣਦਾ ਹੈ। ਸਥਾਨਕ ਦੁਕਾਨਦਾਰਾਂ ਨੇ ਬੀਜੇਪੀ ਵਰਕਰਾਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਕਿ ਇਹ ਜ਼ਬਰਦਸਤੀ ਸਾਡੀਆਂ ਦੁਕਾਨਾਂ ਬੰਦ ਕਰਵਾ ਰਹੇ ਨੇ। ਬੀਜੇਪੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਦੁਕਾਨਾਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸ਼ਾਂਤੀ ਦੇ ਨਾਲ ਅਪੀਲ ਵੀ ਕੀਤੀ ਦੁਕਾਨਦਾਰਾਂ ਨੂੰ, ਪਰ ਦੁਕਾਨਦਾਰ ਨਾਅਰੇਬਾਜ਼ੀ ਕਰਦੇ ਇੱਥੇ ਨਜ਼ਰ ਆਏ। ਕਿਸਾਨਾਂ ਨੇ ਵੀ ਫਿਰ ਇੱਕ ਪਾਸੇ ਜਿੱਥੇ ਬੀਜੇਪੀ ਦੇ ਵਰਕਰਾਂ ਨੇ ਮਲੋਟ ਬੰਦ ਕਰਵਾਉਣ ਦੀ ਕਾਲ ਦਿੱਤੀ ਤਾਂ ਦੂਸਰੇ ਪਾਸੇ ਜਿਹੜੇ ਕਿਸਾਨ ਹੈਗੇ ਨੇ
ਉਹਨਾਂ ਨੇ सड़क जाम करके बीजेपी वर्करां दा विरोध किया। यानी कि किसान ते दुकानदार वो मैदान दे विच आ गए बीजेपी दे बंद दे खिलाफ। किसानां ने कहा कि पुलिस किसानां ते नाजायज़ परचे दर्ज कर रही है। पुलिस दे वल्लों हालात काबू विच रखण लई पुलिस बल तैनात किया गया ते बैरीकेडिंग भी की गई। ते मलोट दे विच बीजेपी ने भावें पूरे दिन दे बंद दा ऐलान किया सी, पर बाद विच 2 वजे तक बंद रखण दी अपील है जिहड़ी ओह कीती गई। बीजेपी वर्करां ने तड़कसार ही शहर दे विच दुकानां बंद कराउण दे लई एक मार्च भी कढ़िया, दुकानदारां तो सहयोग की मांग भी की, पर इसके बावजूद मेन बाजार ते अनाज मंडी समेत कई बाजारां विच अद्धियां दुकानां खुल्लियां ही रहियां। इंदिरा रोड खेसां वाली गली विचले दुकानदारां ने भी दुकानां ना बंद करन दा फैसला करदिआं अपणीआं दुकानां नूं खोले रखिआ। कोविड-19 ਦੇ ਵਾਧੇ ਹੋਏ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਹੜੀ ਕਣਕ ਦੀ ਖਰੀਦ ਪਹਿਲਾਂ 1 ਅਪ੍ਰੈਲ ਨੂੰ ਸ਼ੁਰੂ ਹੋਣੀ ਸੀ ਉਸ ਨੂੰ 10 ਅਪ੍ਰੈਲ ਤੇ ਪਾ ਦਿੱਤਾ ਸੀ ਤੇ ਹੁਣ ਕਣਕ ਖਰੀਦ ਦਾ ਸਮਾਂ ਅੱਗੇ ਪਾਉਣ ਬਾਰੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਜਵਾਬ ਕੀ ਦਿੱਤਾ ਹੈ। दरअसल पंजाब सरकार ने कोविड-19 के वध रहे मामलों करके ते फसल देरी नाल पक्कण करके 1 अप्रैल तो 10 अप्रैल की तरीक है जिहड़ी ओह दित्ती सी कि 10 अप्रैल नूं ही सूबे दे विच कणक की खरीद है जिहड़ी ओह शुरू की जाएगी। इस करके पंजाब सरकार ने केंद्र सरकार नूं कणक की खरीद का समा मोड़ निर्धारित करने की बेनती की सी ते केंद्र सरकार ने इस बेनती नूं प्रवान कर लिया है। यानी कि हुण पंजाब दे विच खरीद सीजन 1 अप्रैल 2021 तो 25 मई 2021 की थां ते 10 अप्रैल 2021 तो 31 मई 2021 तक निर्धारित किया गया है। केंद्र सरकार ने भी इसकी मंजूरी है जिहड़ी ओह दे दी है कि हुण पंजाब दे विच 10 अप्रैल तो लैके 31 मई तक कणक खरीदी जाएगी। 2000 तो 2018 ਦੇ ਵਿਚਾਲੇ ਪੰਜਾਬ ਦੇ ਵਿੱਚ 7300 ਤੋਂ ਵੱਧ ਕਿਸਾਨ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ। ਅੰਕੜਾ ਬਹੁਤ ਵੱਡਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ 5765 ਕਿਸਾਨ ਮਜ਼ਦੂਰਾਂ ਨੇ ਕਰਜ਼ੇ ਹੇਠਾਂ ਦੱਬੇ ਹੋਣ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਯਾਨੀ ਕਿ ਕਰਜ਼ਾ ਜਿਹੜਾ ਹੈਗਾ ਇਕੱਲੇ ਕਿਸਾਨਾਂ ਦੇ ਸਿਰ ਤੇ ਨਹੀਂ ਹੈ, ਕਿਸਾਨ ਮਜ਼ਦੂਰਾਂ ਦੇ ਸਿਰ ਤੇ ਵੀ ਹੈ। ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ ਸੂਬੇ ਦੇ ਔਸਤ ਕਿਸਾਨ ਮਜ਼ਦੂਰ ਪਰਿਵਾਰਾਂ ਤੇ 76017 ਰੁਪਏ ਦਾ ਕਰਜ਼ਾ ਹੈ, ਜਦਕਿ ਖੇਤੀ ਮਜ਼ਦੂਰਾਂ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣਾ ਤੇ ਪਰਿਵਾਰਾਂ ਦੇ ਸਿਰ ਔਸਤ 94,579 रुपए का कर्जा है। कर्जे का 92% हिस्सा गैर संस्थागत स्रोतों तो लिया गया सी, खास करके वड्डे किसानां ते शाहूकारां तो इन्हां ने कर्जा लिया सी, जिस कारण वो सूबे की कर्जा राहत योजना के लिए अयोग बन गए। क्योंकि पंजाब सरकार ने जिहड़ा कर्जा माफ किया है उहदे विच ਜਿਹੜੀਆਂ ਬੈਂਕਾਂ ਹੈਗੀਆਂ ਨੇ ਜਾਂ ਫਿਰ ਸਹਿਕਾਰੀ ਬੈਂਕਾਂ ਹੈਗੀਆਂ ਨੇ ਉਹਨਾਂ ਤੋਂ ਹੀ ਕਰਜ਼ਾ ਲਿਆ ਹੋਣਾ ਚਾਹੀਦਾ ਹੈ, ਤਾਂ ਹੀ ਸਰਕਾਰ ਕਰਜ਼ਾ ਮਾਫ ਕਰਦੀ ਹੈ। ਸ਼ਾਹੂਕਾਰਾਂ ਤੋਂ ਜੇ ਕਿਸੇ ਨੇ ਕਰਜ਼ਾ ਲਿਆ ਹੋਵੇ, ਵੱਡੇ ਕਿਸਾਨਾਂ ਤੋਂ ਲਿਆ ਹੋਵੇ, ਉਹ ਕਰਜ਼ਾ ਸਿਰਫ ਸ਼ਾਹੂਕਾਰ ਜਾਂ ਕਿਸਾਨ ਹੀ ਮਾਫ ਕਰ ਸਕਦੇ ਨੇ, ਸਰਕਾਰ ਨਹੀਂ ਮਾਫ ਕਰ ਸਕਦੀ। ਸੋ 2000 ਤੋਂ ਲੈ ਕੇ 2018 ਦੇ ਵਿਚਾਲੇ ਯਾਨੀ ਕਿ 18 ਸਾਲਾਂ ਦੇ ਵਿੱਚ 7300 ਤੋਂ ਵੱਧ ਕਿਸਾਨ ਮਜ਼ਦੂਰਾਂ ਨੇ ਵੀ ਖੁਦਕੁਸ਼ੀਆਂ ਕੀਤੀਆਂ ਨੇ। ਮਾਨਸਾ ਜ਼ਿਲ੍ਹੇ ਦੇ ਝੁਨੀਰ ਦੇ ਵਿੱਚ ਵਿਦਿਆਰਥੀਆਂ ਦੇ ਮਾਪਿਆਂ, ਸਕੂਲਾਂ ਦੇ ਸਟਾਫ ਤੇ ਪ੍ਰਬੰਧਕ ਹੈਗੇ ਨੇ ਜਿਹੜੇ ਸਕੂਲਾਂ ਦੇ, ਉਹ ਕੈਪਟਨ ਸਰਕਾਰ ਦੇ ਖਿਲਾਫ ਸੜਕਾਂ ਦੇ ਉੱਤੇ ਉਤਰੇ। ਮੰਗ ਹੈ ਕਿ ਅਚਾਨਕ ਜਿਹੜੇ 20 ਮਾਰਚ ਤੋਂ ਸਕੂਲ ਬੰਦ ਕੀਤੇ ਗਏ ਨੇ ਉਹ ਮੁੜ ਖੋਲੇ ਜਾਣ, ਵਿਦਿਆਰਥੀਆਂ ਦੀਆਂ ਰੱਦ ਕੀਤੀਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਮੁੜ ਤੋਂ ਕਰਵਾਈਆਂ ਜਾਣ। ਝੁਨੀਰ ਵਿੱਚ ਨਿੱਜੀ ਸਕੂਲ ਸੰਯੁਕਤ ਮੋਰਚਾ ਦੇ ਸੱਦੇ ਦੇ ਉੱਤੇ ਵੱਡਾ ਇਕੱਠ ਹੋਇਆ। ਭਾਰੀ ਇਕੱਠ ਕਰਕੇ ਸਕੂਲ ਖੋਲ੍ਹਣ ਦੀ ਮੰਗ ਕਰਨ ਵਾਲਿਆਂ ਦੇ ਵਿੱਚ ਮਾਪੇ, ਸਕੂਲਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ, ਵੈਨ ਚਾਲਕ, ਕਿਸਾਨ ਯੂਨੀਅਨਾਂ, ਸਮਾਜ ਸੇਵੀ ਤੇ ਸਰਕਾਰੀ ਸਕੂਲਾਂ ਦੀਆਂ ਵੱਖ-ਵੱਖ ਅਧਿਆਪਕ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਸਾਰਿਆਂ ਨੇ ਦੋਸ਼ ਲਾਏ ਕਿ ਪੰਜਾਬ ਸਰਕਾਰ ਨੇ ਗਿਣੀ ਮਿਥੀ ਰਾਜਨੀਤਿਕ ਚਾਲ ਤਹਿਤ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਕਿਸਾਨੀ ਸੰਘਰਸ਼ ਨੂੰ ਮੱਠਾ ਪਾਉਣ ਲਈ ਸਕੂਲ ਬੰਦ ਕਰਨ ਵਾਲੀ ਚਾਲ ਚੱਲੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਸਨਾਦਰਸ਼ਾਹੀ ਫੈਸਲੇ ਦੇ ਨਾਲ ਜਿੱਥੇ ਪੰਜਾਬ ਦੇ 50 ਲੱਖ ਸਕੂਲੀ ਵਿਦਿਆਰਥੀਆਂ ਤੇ 10 ਲੱਖ ਤੋਂ ਵੀ ਵੱਧ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਹੋ ਕੇ ਰਹਿ ਗਈ ਹੈ, ਉੱਥੇ ਹੀ ਵਿਦਿਆਰਥੀਆਂ ਦਾ ਭਵਿੱਖ ਵੀ ਦਾਅ ਤੇ ਲਾ ਦਿੱਤਾ ਗਿਆ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਸਿੱਖਿਆ ਮਾਰੂ ਨੀਤੀਆਂ ਦੇ ਨਾਲ ਸਰਕਾਰੀ ਸਕੂਲਾਂ ਦਾ ਪੱਠਾ ਬਿਠਾਤਾ ਤੇ ਹੁਣ ਇਹਨਾਂ ਨੇ ਨਿੱਜੀ ਸਕੂਲ ਖੋਲ ਕੇ ਆਪਣਾ ਰੁਜ਼ਗਾਰ ਚਲਾ ਰਹੇ ਬੇਰੁਜ਼ਗਾਰ ਉਦਮੀ ਨੌਜਵਾਨਾਂ ਨੂੰ ਮਾਰ ਕੇ ਸਾਰੀ ਸਿੱਖਿਆ ਜਿਹੜੀ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਦੇ ਲਈ ਨਵੇਂ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ। ਸੋ ਇਹ ਸਾਰੇ ਜਿਹੜੇ ਮੁਜ਼ਾਹਰਾਕਾਰੀ ਸੀ ਇਹਨਾਂ ਨੇ ਮੰਗ ਕੀਤੀ ਹੈ ਕਿ ਸਕੂਲ ਮੁੜ ਤੋਂ ਖੋਲੇ ਜਾਣ, ਕਿਉਂਕਿ ਸਾਰੇ ਕਾਰੋਬਾਰ ਖੁੱਲੇ ਨੇ, ਜਿੰਨੇ ਵੱਡੇ ਵੱਡੇ ਅਦਾਰੇ ਹੈਗੇ ਨੇ ਸਿਰਫ ਵਿਦਿਅਕ ਅਦਾਰਿਆਂ ਨੂੰ ਛੱਡ ਕੇ ਉਹ ਸਾਰੇ ਖੁੱਲੇ ਨੇ, ਸਭ ਕਿਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ। ਤਾਂ ਫਿਰ ਕੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਹੀ ਕਰੋਨਾ ਦੀ ਮਾਰ ਪਏਗੀ? ਕਿਉਂ ਬੰਦ ਕੀਤੇ ਗਏ ਨੇ? ਇਹ ਖੋਲੇ ਜਾਣ।
ਆਉਂਦੇ ਸਾਲ ਯਾਨੀ ਕਿ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਹਨਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਕੈਪਟਨ ਸਰਕਾਰ ਪੰਜਾਬੀਆਂ ਨੂੰ ਲੁਭਾਉਣ ਦੇ ਲਈ ਬੜੇ ਵਾਅਦੇ ਕਰਦੀ ਦਿਖਾਈ ਦੇ ਰਹੀ ਹੈ ਤੇ ਹੁਣ ਖਬਰ ਮਿਲ ਰਹੀ ਹੈ ਕਿ ਆਉਂਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਿਜਲੀ ਸਸਤੀ ਕਰ ਦਿੱਤੀ ਜਾਏਗੀ। 32% ਸਸਤੀ ਹੋ ਸਕਦੀ ਹੈ ਬਿਜਲੀ, ਬਿੱਲ ਵੀ ਘੱਟ ਆਉਣਗੇ। अंग्रेजी अखबार हिंदुस्तान टाइम्स की रिपोर्ट के मुताबिक पंजाब सरकार ने पंजाब स्टेट पावर कारपोरेशन लिमिटेड यानी कि PSPCL नूं घरेलू खपतकारां दे लई बिजली दर घटाउण दे लई कह दिता है ते इह दरां 32% भाव लगभग 1/3 तक घट सकदियां ने। 32% बिजली सस्ती होना कोई छोटी गल नहीं, एक वड्डी राहत होवेगी जे इह हुंदा है। लंघे दसंबर महीने ਦੇ ਵਿੱਚ PSPCL ने पंजाब स्टेट इलैक्ट्रिसिटी रैगूलेटरी कमीशन यानी कि PSERC तक पहुंच करके बिजली दरां ਦੇ ਵਿੱਚ 9% ਵਾਧਾ ਕਰਨ ਲਈ ਕਿਹਾ ਸੀ, ਪਰ ਹੁਣ ਸਰਕਾਰ ਨੇ ਇਸ ਤੇ ਦਰਾਂ ਘਟਾਉਣ ਦੇ ਲਈ ਦਬਾਅ ਪਾ ਦਿੱਤਾ ਹੈ। ਪੰਜਾਬ ਕੈਬਨਿਟ ਦੀ ਤਾਜ਼ਾ ਮੀਟਿੰਗ ਦੌਰਾਨ ਮੰਤਰੀਆਂ ਨੇ ਸੂਬੇ ਵਿੱਚ ਵਧਦੀਆਂ ਬਿਜਲੀ ਦਰਾਂ ਤੇ ਇਤਰਾਜ਼ ਪ੍ਰਗਟਾਇਆ ਤੇ ਵਿਰੋਧੀ ਆਮ ਆਦਮੀ ਪਾਰਟੀ ਸਦਾ ਸੂਬੇ ਦੇ ਵਿੱਚ ਇਹ ਮੁੱਦਾ ਚੁੱਕਦੀ ਰਹੀ ਹੈ ਤੇ ਦਾਅਵਾ ਕਰਦੀ ਹੈ ਕਿ ਦਿੱਲੀ ਵਿੱਚ ਬਿਜਲੀ ਦਾ ਮਾਡਲ ਵਧੀਆ ਹੈ। ਇਸ ਦੌਰਾਨ PSPCL ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਬਿਜਲੀ ਦਰਾਂ ਨਾਲ ਉਸ ਨੂੰ 3003 ਕਰੋੜ ਰੁਪਏ ਦਾ ਘਾਟਾ ਪੈ ਚੁੱਕਿਆ, ਪਰ ਫਿਰ ਵੀ ਦਰਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਤੇ ਹੁਣ 2021-22 ਦੇ ਅੰਤ ਵਿੱਚ ਆਮਦਨ ਦਾ ਕੁੱਲ ਅੰਤਰ ਹੈ ਜਿਹੜਾ ਉਹ 9807 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਦੁਰਗਿਆਣਾ ਮੰਦਿਰ ਦੇ ਸਰੋਵਰ ਦੇ ਵਿੱਚ ਇੱਕ ਵਿਅਕਤੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 47 ਸਾਲਾ ਸੁਨੀਲ ਮਹਿਰਾ ਵਾਸੀ ਜਗਦੰਬੇ ਕਲੋਨੀ ਅੰਮ੍ਰਿਤਸਰ ਦੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਵਿੱਤੀ ਮੰਦਹਾਲੀ ਕਰਕੇ ਸੁਨੀਲ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਸੀ। ਦੁਰਗਿਆਣਾ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਜਾਂਚ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਲੱਖਾਂ ਸਿਧਾਣਾਂ ਦੀ ਅੰਦੋਲਨ ਦੇ ਵਿੱਚ ਦਿੱਲੀ ਦੇ ਮੋਰਚਿਆਂ ਦੇ ਵਿੱਚ ਵਾਪਸੀ ਕਿਵੇਂ ਹੋਵੇ ਜਾਂ ਫਿਰ ਨਾ ਹੋਵੇ, ਇਸ ਤੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਰਾਏ ਦਿੱਤੀ ਹੈ। ਲੱਖਾ ਸਿਧਾਣਾ ਦੀ ਵਾਪਸੀ ਬਾਰੇ ਕੰਵਰ ਗਰੇਵਾਲ ਨੇ ਲਿਖਿਆ ਹੈ ਕਿ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਲੈ ਕੇ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਨੇ ਜੋ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ। ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਬੋਲਦਾ ਹੈ। ਜੇ ਘਰਾਂ ਵਿੱਚ ਕਲੇਸ਼ ਹੈ ਤਾਂ ਕੀ ਬਰਕਤ ਨਹੀਂ ਹੁੰਦੀ। ਉਹਨਾਂ ਨੇ ਫੇਸਬੁੱਕ ਪੇਜ ਤੇ ਪੋਸਟ ਪਾਈ ਹੈ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਸਾਡੇ ਵੀ ਮੋਰਚੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਈਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਸੀ। 6 ਫਰਵਰੀ ਨੂੰ ਲੱਖਾ ਸਿਧਾਣਾ ਨੂੰ ਲੈ ਕੇ ਜਥੇਬੰਦੀਆਂ ਦੇ ਨਾਲ ਸਾਡੀ ਪਹਿਲੀ ਮੀਟਿੰਗ ਹੋਈ ਸੀ ਤੇ 28 ਮਾਰਚ ਤੱਕ 9 ਬੈਠਕਾਂ ਹੋ ਚੁੱਕੀਆਂ ਨੇ। ਜਿਹੜੀ ਬੈਠਕ 24 ਮਾਰਚ ਨੂੰ ਹੋਈ ਸੀ ਉਸ ਵਿੱਚ 32 ਜਥੇਬੰਦੀਆਂ ਨੇ ਮੋਹਰ ਲਾ ਦਿੱਤੀ ਸੀ ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ, ਲੱਖਾ ਆਵੇ, ਸਟੇਜ ਤੋਂ ਬੋਲੇ ਤੇ ਪਹਿਲਾਂ ਵਾਂਗ ਰਲ ਮਿਲ ਕੇ ਕੰਮ ਕਰੇ। ਉਹਨਾਂ ਦੱਸਿਆ ਕਿ 32 ਜਥੇਬੰਦੀਆਂ ਨੇ ਇਸ ਮੀਟਿੰਗ ਦੇ ਵਿੱਚ 24 ਮਾਰਚ ਦੀ ਜਿਹੜੀ ਮੀਟਿੰਗ ਹੋਈ ਹੈ ਇਸ ਦੇ ਵਿੱਚ 3 ਮੈਂਬਰੀ ਕਮੇਟੀ ਬਣਾਈ ਹੈ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ, ਡਾਕਟਰ ਦਰਸ਼ਨਪਾਲ ਤੇ ਬਲਦੇਵ ਸਿੰਘ ਸਿਰਸਾ ਨੇ ਤੇ ਇਸ ਕਮੇਟੀ ਨੇ ਇਸ ਬਾਰੇ ਵਿੱਚ ਆਖਰੀ ਫੈਸਲਾ ਹਲੇ ਸੁਣਾਉਣਾ ਹੈ। ਸੋ ਕੰਵਰ ਗਰੇਵਾਲ ਨੇ ਅਪੀਲ ਕੀਤੀ ਹੈ ਕਿ ਮਸਲਾ ਹੱਲ ਹੋਣਾ ਚਾਹੀਦਾ ਹੈ। 3 ਮੈਂਬਰੀ ਕਮੇਟੀ ਜਲਦ ਫੈਸਲਾ ਲਵੇ ਕਿਉਂਕਿ 24 ਮਾਰਚ ਤੋਂ ਬਾਅਦ 29 ਮਾਰਚ ਹੋ ਚੁੱਕਿਆ ਹੈ, 30 ਮਾਰਚ ਹੋ ਜਾਣਾ ਹੈ। ਇਹਦੇ ਬਾਰੇ ਜਲਦੀ ਪ੍ਰੈਸ ਕਾਨਫਰੰਸ ਕੀਤੀ ਜਾਵੇ ਤਾਂ ਜੋ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਨਾਰਾਜ਼ਗੀ ਕੋਈ ਨਹੀਂ ਹੈ ਤੇ ਅਸੀਂ ਪਹਿਲਾਂ ਵਾਂਗ ਸਾਰੇ ਇੱਕ ਹੋ ਗਏ ਹਾਂ। ਯਾਨੀ ਕਿ ਪੰਜਾਬ ਦੇ ਜਿਹੜੇ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਲੀਡਰ ਹੈਗੇ ਨੇ ਉਹ ਹੁਣ ਲੱਖੇ ਸਿਧਾਣੇ ਦੇ ਨਾਲ ਉਹਨਾਂ ਦਾ ਕੋਈ ਮਤਭੇਦ ਨਹੀਂ ਹੈ। ਉਹ ਚਾਹੁੰਦੇ ਨੇ ਕਿ ਲੱਖਾ ਆਵੇ, ਸਟੇਜ ਤੇ ਬੋਲੇ ਤੇ ਰਲ ਮਿਲ ਕੇ ਕੰਮ ਕਰੇ। ਹੁਣ ਦੇਖਣਾ ਹੋਏਗਾ ਕਿ ਆਖਰੀ ਜਿਹੜਾ ਐਲਾਨ ਹੈ ਉਹ ਕਦੋਂ ਹੁੰਦਾ, ਆਖਰੀ ਫੈਸਲਾ ਕਦੋਂ ਹੁੰਦਾ ਤੇ ਲੱਖਾ ਸਿਧਾਣਾ ਕਦੋਂ ਮੋਰਚਿਆਂ ਦੇ ਵਿੱਚ ਪਹੁੰਚਦਾ ਹੈ। ਭਾਰਤ ਦੇ 100 ਸਭ ਤੋਂ ਵੱਧ ਤਾਕਤਵਰ ਵਿਅਕਤੀਆਂ ਦੀ ਲਿਸਟ ਦੇ ਵਿੱਚ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਮ ਵੀ ਸ਼ਾਮਿਲ ਹੈ। ਭਾਰਤ ਦੇ ਮੇਨਸਟ੍ਰੀਮ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਵੱਲੋਂ ਸੂਚੀ ਹੈ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਗਈ ਹੈ ਜਿਹਦੇ ਵਿੱਚ ਸਭ ਤੋਂ ਵੱਧ ਤਾਕਤਵਰ ਭਾਰਤ ਦੇ 100 ਲੋਕਾਂ ਦੀ ਲਿਸਟ ਹੈ ਜਿਹੜੀ ਉਹ ਦਿੱਤੀ ਗਈ ਹੈ। ਇਸ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਮ 88ਵੇਂ ਨੰਬਰ ਤੇ ਦਰਜ ਹੈ। ਉਗਰਾਹਾਂ ਦੀ ਉਮਰ 76 ਸਾਲ ਦੀ ਹੈ ਤੇ ਸੂਚੀ ਦੇ ਵਿੱਚ ਦੱਸਿਆ ਗਿਆ ਹੈ ਉਗਰਾਹਾਂ ਦੇ ਬਾਰੇ ਕਿ ਸਾਬਕਾ ਫੌਜੀ ਉਗਰਾਹਾਂ ਇਸ ਵਕਤ ਮਾਲਵੇ ਤੇ ਮਾਝੇ ਇਲਾਕੇ ਵਿੱਚੋਂ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਫੌਜ ਲੈ ਕੇ ਲੜਾਈ ਲੜ ਰਹੇ ਨੇ ਤਾਂ ਜੋ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ। ਹਾਲਾਂਕਿ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਉਗਰਾਹਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਹੈਗੇ ਪਰ ਤਾਲਮੇਲ ਦੇ ਵਿੱਚ ਉਹ ਲਗਾਤਾਰ ਡਟੇ ਹੋਏ ਨੇ ਤੇ ਟਿੱਕਰੀ ਬਾਰਡਰ ਤੇ ਉਹਨਾਂ ਨੇ ਵੱਖਰੀ ਸਟੇਜ ਲਾਈ ਹੋਈ ਹੈ। ਨਵੰਬਰ ਮਹੀਨੇ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਉਗਰਾਹਾਂ ਨੂੰ ਫੋਨ ਕੀਤਾ ਸੀ। ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਉਗਰਾਹਾਂ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਹਨ, ਇਸੇ ਲਈ ਉਹਨਾਂ ਦੀ ਯੂਨੀਅਨ ਦੇ ਝੰਡੇ ਦਾ ਰੰਗ ਬਸੰਤੀ ਹੈ ਤੇ ਯੂਨੀਅਨ ਦੀਆਂ ਮਹਿਲਾ ਮੈਂਬਰ ਵੀ ਬਸੰਤੀ ਰੰਗ ਦਾ ਦੁਪੱਟਾ ਲੈਂਦੀਆਂ ਨੇ।
ਹਰਿਆਣਾ ਦੇ ਵਿੱਚ ਸੂਬਾ ਸਰਕਾਰ ਨੇ ਖੱਟਰ ਸਰਕਾਰ ਨੇ ਕਿਸਾਨਾਂ ਤੇ ਵੱਡੀ ਕਾਰਵਾਈ ਕੀਤੀ ਹੈ। ਲੰਘੀ 26 ਮਾਰਚ ਨੂੰ ਭਾਰਤ ਬੰਦ ਦੇ ਸੱਦੇ ਦੇ ਉੱਤੇ ਹਰਿਆਣਾ ਦੇ ਪਲਵਲ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੌਮੀ ਇਸ਼ਾਰਾ 19 ਜਾਮ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪਲਵਲ ਪੁਲਿਸ ਨੇ 16 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਤੇ 450 ਤੋਂ 500 ਹੋਰ ਕਿਸਾਨਾਂ ਦੇ ਖਿਲਾਫ FIR ਦਰਜ ਕੀਤੀ ਹੈ, ਪਰ ਹਾਲੇ ਤੱਕ ਗ੍ਰਿਫਤਾਰੀ ਕੋਈ ਨਹੀਂ ਹੋਈ ਹੈ। ਨਾਮਜ਼ਦ ਕਿਸਾਨ ਆਗੂਆਂ ਤੇ ਹੋਰ ਕਿਸਾਨਾਂ ਖਿਲਾਫ ਨੈਸ਼ਨਲ ਹਾਈਵੇ ਐਕਟ 8B 148 149 86 188 283 353 IPC ਅਧੀਨ ਮੁਕੱਦਮੇ ਦਰਜ ਕੀਤੇ ਗਏ ਨੇ। ਪੁਲਿਸ ਦੇ ਮੁਤਾबिक ਹਾਈਵੇ ਜਾਮ ਹੋਣ ਕਾਰਨ ਕਈ ਵਾਹਨ ਫਸੇ ਰਹੇ, ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਫੌਜ ਦੀਆਂ ਗੱਡੀਆਂ ਤੇ ਐਂਬੂਲੈਂਸ ਦੇ ਫਸਣ ਦੀਆਂ ਵੀ ਖਬਰਾਂ ਮਿਲੀਆਂ ਤੇ ਕਿਸਾਨ ਲੀਡਰਾਂ ਨੇ ਪੁਲਿਸ ਇਸ ਕਾਰਵਾਈ ਨੂੰ ਤਾਨਾਸ਼ਾਹੀ ਦੱਸਿਆ, ਕਿਹਾ ਕਿ ਅਸੀਂ ਸਾਰੀਆਂ ਫੌਰੀ ਸੇਵਾਵਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਜਾਮ ਵਿੱਚੋਂ ਸਪੈਸ਼ਲ ਰਾਹ ਦੇ ਕੇ ਲੰਘਾਇਆ ਸੀ। ਲੰਘੀ ਰਾਤ ਤੋਂ ਸੋਸ਼ਲ ਮੀਡੀਆ ਤੇ ਇੱਕ ਕੁੱਟਮਾਰ ਦਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਸ਼ਖਸ ਦੀ ਵੀਡੀਓ ਦੇ ਵਿੱਚ ਕੁੱਟਮਾਰ ਹੋ ਰਹੀ ਹੈ ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਹੈ ਤੇ ਇਹ ਵੀਡੀਓ ਦਿੱਲੀ ਦਾ ਹੈ। ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਹੀ ਹੈ ਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਅਜੇ ਦੇਵਗਨ ਦੀ ਪਿਟਾਈ ਹੋ ਰਹੀ ਹੈ। ਕੁੱਟਮਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਨਾ ਦੇਣ ਕਰਕੇ ਤੇ ਸਰਕਾਰ ਦਾ ਸਮਰਥਨ ਕਰਨ ਕਰਕੇ ਅਜੇ ਦੇਵਗਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਹਾਲਾਂਕਿ ਵੀਡੀਓ ਦੇ ਵਿੱਚ ਵਿਅਕਤੀ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ, ਪਰ ਕੁੱਟਮਾਰ ਦੇ ਆਧਾਰ ਤੇ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਅਜੇ ਦੇਵਗਨ ਹੈ ਤੇ ਇਸ ਬਾਰੇ ਅਜੇ ਦੇਵਗਨ ਦੇ ਬੁਲਾਰੇ ਨੇ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਵੀਡੀਓ ਵਿੱਚ ਦਿਖਾਇਆ ਜਾਣ ਵਾਲਾ ਵਿਅਕਤੀ ਅਜੇ ਦੇਵਗਨ ਨਹੀਂ ਹੈ। ਉਹਨਾਂ ਦੇ ਨਾਮ ਤੇ ਇੱਕ ਝੂਠਾ ਤੇ ਗੁੰਮਰਾਹ ਕਰਨ ਵਾਲਾ ਵੀਡੀਓ ਫੈਲਾਇਆ ਜਾ ਰਿਹਾ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ। ਅਜੇ ਦੇਵਗਨ ਇਸ ਵਕਤ ਮੈਦਾਨ ਮੇਡੇ ਤੇ ਗੰਗੂਬਾਈ ਕਾਠਿਆਵਾੜੀ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਨੇ ਤੇ ਪਿਛਲੇ 14 ਮਹੀਨਿਆਂ ਤੋਂ ਦਿੱਲੀ ਨਹੀਂ ਆਏ। ਬੁਲੇਟਿਨ ਦੇ ਵਿੱਚ ਹੁਣ ਕੁਝ ਕੁ ਖਬਰਾਂ ਹੋਲੀ ਦੇ ਤਿਉਹਾਰ ਦੀਆਂ ਵੀ ਦੱਸ ਦਿੰਦੇ ਹਾਂ। ਗਾਜ਼ੀਪੁਰ ਬਾਰਡਰ ਤੇ ਕਿਸਾਨ ਲੀਡਰਾਂ ਨੇ ਹੋਲੀ ਮਨਾਈ ਹੈ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ। ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਨ ਵੀ ਤਿੰਨੇ ਬਾਰਡਰਾਂ ਦੇ ਉੱਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ ਗਿਆ। ਗਾਜ਼ੀਪੁਰ ਬਾਰਡਰ ਤੇ ਹਾਲਾਂਕਿ ਕਿਸਾਨਾਂ ਨੇ ਢੋਲ ਵਜਾ ਕੇ ਤੇ ਨੱਚ ਕੇ ਵੀ ਹੋਲੀ ਦਾ ਜਸ਼ਨ ਮਨਾਇਆ। ਪਿਛਲੇ 4 ਮਹੀਨਿਆਂ ਤੋਂ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਡਟੇ ਹੋਏ ਨੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਿੰਦੂ ਭਾਈਚਾਰੇ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ। ਇਹ ਤਿਉਹਾਰ ਪਾਕਿਸਤਾਨ ਦੇ ਵਿੱਚ ਐਤਵਾਰ ਤੇ ਸੋਮਵਾਰ 2 ਦਿਨ ਮਨਾਇਆ ਗਿਆ। ਉਹਨਾਂ ਟਵੀਟ ਕੀਤਾ ਕਿ ਸਾਡੇ ਹਿੰਦੂ ਭਾਈਚਾਰੇ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਹੋਲੀ ਮੌਕੇ ਕੁਝ ਹਾਦਸਿਆਂ ਦੀਆਂ ਖਬਰਾਂ ਵੀ ਮਿਲੀਆਂ ਨੇ। ਇੱਕ ਬੜੀ ਹੀ ਹੈਰਾਨ ਕਰਨ ਵਾਲੀ ਖਬਰ ਯੂਪੀ ਦੇ ਸ਼ਾਹਜਹਾਂਪੁਰ ਤੋਂ ਆਈ ਹੈ, ਜਿੱਥੇ ਹੋਲੀ ਤੋਂ ਇੱਕ ਦਿਨ ਪਹਿਲਾਂ ਤਿਉਹਾਰ ਦੀਆਂ ਖੁਸ਼ੀਆਂ ਮਾਤਮ ਦੀ ਭੇਟ ਚੜ੍ਹ ਗਈਆਂ। ਪਤੀ ਆਪਣੀ ਪਤਨੀ ਲਈ ਹੋਲੀ ਮੌਕੇ ਪਹਿਨਣ ਲਈ ਸਾੜੀ ਲੈ ਕੇ ਆਇਆ, ਪਰ ਪਤਨੀ ਨੂੰ ਪਸੰਦ ਨਹੀਂ ਆਈ। ਇਸ ਤੇ ਦੋਵਾਂ ਵਿਚਾਲੇ ਲੜਾਈ ਹੋ ਗਈ। ਪਤੀ ਨੇ ਝਿੜਕ ਦਿੱਤਾ, ਪਰ ਬਾਅਦ ਵਿੱਚ ਸਾੜੀ ਬਦਲਣ ਲਈ ਬਾਜ਼ਾਰ ਵੀ ਚਲਾ ਗਿਆ। ਜਦੋਂ ਵਾਪਸ ਮੁੜਿਆ ਤਾਂ ਪਤਨੀ ਫਾਹਾ ਲੈ ਕੇ ਖੁਦਕੁਸ਼ੀ ਕਰ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਔਰਤ ਦੀ ਉਮਰ ਮਹਿਜ਼ 30 ਸਾਲ ਦੀ ਸੀ ਤੇ 2 ਬੱਚੇ ਨੇ। ਇਸੇ ਤਰ੍ਹਾਂ ਇੱਕ ਹਾਦਸਾ ਵਾਪਰਿਆ ਯਮੁਨਾ ਐਕਸਪ੍ਰੈਸ ਵੇ ਤੇ। ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤੇ ਹੋਲੀ ਮੌਕੇ ਹੋਲੀ ਮਨਾਉਣ ਜਾ ਰਹੇ ਇੱਕ ਪਰਿਵਾਰ ਦੇ ਨਾਲ ਵੀ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਯਮੁਨਾ ਐਕਸਪ੍ਰੈਸ ਵੇ ਤੇ ਵਾਪਰੇ ਸੜਕ ਹਾਦਸੇ ਦੇ ਵਿੱਚ 4 ਜਣਿਆਂ ਦੀ ਮੌਤ ਹੋ ਗਈ। ਕਾਰ ਡਿਵਾਈਡਰ ਪਾਰ ਕਰਕੇ ਸੜਕ ਦੇ ਦੂਜੇ ਪਾਸੇ ਚਲੀ ਗਈ ਤੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਇਸ ਹਾਦਸੇ ਦੇ ਵਿੱਚ 6 ਸਾਲਾ ਬੱਚੀ ਸਮੇਤ 4 ਲੋਕਾਂ ਦੀ ਜਾਨ ਚਲੀ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਹਾਦਸੇ ਵਿੱਚ 2 ਬੱਚੀਆਂ ਤੇ ਮਹਿਲਾ ਸਮੇਤ 6 ਲੋਕ ਜ਼ਖਮੀ ਵੀ ਹੋਏ ਨੇ। ਸਾਰੇ ਲੋਕ ਫਰੂਖਾਬਾਦ ਦੇ ਰਹਿਣ ਵਾਲੇ ਸੀ ਤੇ ਹੋਲੀ ਮਨਾਉਣ ਦਿੱਲੀ ਤੋਂ ਆਪਣੇ ਘਰ ਜਾ ਰਹੇ ਸੀ। ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਇੱਥੇ ਪ੍ਰਸ਼ਾਸਨ ਨੇ ਕਰੋਨਾ ਨਿਯਮਾਂ ਨੂੰ ਲੈ ਕੇ ਕਾਫੀ ਸਖਤੀ ਕੀਤੀ। ਹੋਲੀ ਦੇ ਜਨਤਕ ਪ੍ਰੋਗਰਾਮਾਂ ਤੇ ਪ੍ਰਸ਼ਾਸਨ ਦੇ ਵੱਲੋਂ ਰੋਕ ਲਾਈ ਗਈ। ਲੋਕਾਂ ਨੂੰ ਸਿਰਫ ਘਰ ਦੇ ਵਿੱਚ ਹੀ ਹੋਲੀ ਮਨਾਉਣ ਦੀ ਇਜਾਜ਼ਤ ਦਿੱਤੀ ਗਈ। ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗੱਲ ਕਰ ਲਈਏ ਤਾਂ ਇੱਥੇ ਤਕਰੀਬਨ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਬੰਦ ਰਹੇ। ਦੇਖਣ ਦੇ ਵਿੱਚ ਆਇਆ ਕਿ ਇੰਨੇ ਬਾਜ਼ਾਰ ਬੰਦ ਭਾਰਤ ਬੰਦ ਵਾਲੇ ਦਿਨ ਵੀ ਨਹੀਂ ਸਨ ਜਿੰਨੇ ਹੋਲੀ ਵਾਲੇ ਦਿਨ ਬੰਦ ਦੇਖੇ। ਪੂਰੀ ਤਰ੍ਹਾਂ ਦੇ ਨਾਲ ਬਾਜ਼ਾਰਾਂ ਦੇ ਵਿੱਚ ਚੁੱਪ ਪਸਰੀ ਹੋਈ ਸੀ। ਇੱਥੋਂ ਤੱਕ ਕਿ ਖਾਣ ਪੀਣ ਵਾਲੀਆਂ ਦੁਕਾਨਾਂ, ਹੋਟਲ ਇਹ ਵੀ ਸਾਰੇ ਬੰਦ ਦੇਖੇ ਗਏ, ਕਿਉਂਕਿ ਖਾਸ ਕਰਕੇ ਜਿਹੜਾ ਹਿੰਦੂ ਭਾਈਚਾਰਾ ਹੁੰਦਾ ਹੈ ਉਹ ਇਸ ਤਿਉਹਾਰ ਨੂੰ ਬਹੁਤ ਹੀ ਵੱਡੇ ਪੱਧਰ ਤੇ ਮਨਾਉਂਦਾ ਹੈ ਤੇ ਇਸ ਦਿਨ ਸਾਰੇ ਕੰਮਕਾਰ ਨੇ ਜਿਹੜੇ ਉਹ ਠੱਪ ਰੱਖੇ ਜਾਂਦੇ ਨੇ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਖਬਰ ਹੈ, ਜਿੱਥੇ ਮਸ਼ਹੂਰ ਹੈ ਜੁੱਤਾ ਮਾਰ ਹੋਲੀ। ਇਸ ਦੇ ਮੱਦੇ ਨਜ਼ਰ ਦਰਜਨਾਂ ਮਸਜਿਦਾਂ ਅਤੇ ਮਜ਼ਾਰਾਂ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ। ਜੁੱਤਾ ਮਾਰ ਹੋਲੀ ਇੱਕ ਸਦੀਆਂ ਪੁਰਾਣੀ ਪਰੰਪਰਾ ਹੈ, ਜਿਸ ਵਿੱਚ ਲਗਭਗ 8 ਕਿਲੋਮੀਟਰ ਦੀ ਦੂਰੀ ਦੇ ਵਿੱਚ ਇੱਕ ਜਲੂਸ ਕੱਢਿਆ ਜਾਂਦਾ ਹੈ, ਜਿਸ ਨੂੰ ਲਾਟ ਸਾਹਿਬ ਦਾ ਜਲੂਸ ਕਿਹਾ ਜਾਂਦਾ ਹੈ।
ਇਸ ਤੋਂ ਪਹਿਲਾਂ ਨਵਾਬ ਸਾਹਿਬ ਦਾ ਜਲੂਸ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਸੀ। ਇੱਥੇ ਲਾਟ ਸਾਹਿਬ ਦੇ ਤੌਰ ਤੇ ਇੱਕ ਆਦਮੀ ਨੂੰ ਬੈਲ ਗੱਡੀ ਦੇ ਵਿੱਚ ਯਾਨੀ ਕਿ ਬਲਦ ਗੱਡੀ ਦੇ ਵਿੱਚ ਲੱਗੀ ਇੱਕ ਕੁਰਸੀ ਤੇ ਬਿਠਾਇਆ ਜਾਂਦਾ ਹੈ। ਜਿਵੇਂ ਜਿਵੇਂ ਜਲੂਸ ਅੱਗੇ ਵਧਦਾ ਜਾਂਦਾ ਹੈ, ਲੋਕ ਉਸ ਨੂੰ ਜੁੱਤੇ ਤੇ ਝਾੜੂਆਂ ਦੇ ਨਾਲ ਮਾਰਦੇ ਨੇ। ਇਸ ਸ਼ਖਸ ਨੂੰ ਹੈਲਮਟ ਵੀ ਪਹਿਨਾਇਆ ਜਾਂਦਾ ਹੈ ਜਿਸ ਨਾਲ ਉਸ ਦੀ ਜਿਹੜੀ ਰੱਖਿਆ ਹੈ ਉਹ ਹੋ ਸਕੇ ਤੇ ਉਹਦੀ ਪਛਾਣ ਵੀ ਛਪਾਈ ਜਾ ਸਕੇ। ਹੋਲੀ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਵਿਦਿਆਰਥੀਆਂ ਦੇ ਨਾਲ ਸਕੂਲ ਖੁੱਲਣ ਨੂੰ ਲੈ ਕੇ ਇੱਕ ਖਾਸ ਖਬਰ ਹੈ ਜਿਹੜੀ ਉਹ ਆ ਰਹੀ ਹੈ, ਉਹ ਤੁਹਾਨੂੰ ਦੱਸ ਦਿੰਦੇ ਹਾਂ। ਜਿੱਥੇ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੇ ਵੱਲੋਂ ਸਕੂਲ ਪ੍ਰਬੰਧਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ, ਵਿਰੋਧ ਕੀਤੇ ਜਾ ਰਹੇ ਨੇ ਸਰਕਾਰਾਂ ਦੇ ਖਿਲਾਫ ਕਿ ਸਕੂਲ ਮੁੜ ਤੋਂ ਖੋਲੇ ਜਾਣ, ਸਕੂਲ ਕਿਉਂ ਬੰਦ ਕੀਤੇ ਜਾ ਰਹੇ ਨੇ। ਇਸੇ ਦਰਮਿਆਨ ਖਬਰ ਇਹ ਆ ਰਹੀ ਹੈ ਕਿ ਅਗਲੇ ਸੈਸ਼ਨ ਦੇ ਵਿੱਚ ਵੀ ਸਕੂਲ ਨਹੀਂ ਖੁੱਲ ਸਕਣਗੇ, ਘਰਾਂ ਤੋਂ ਹੀ ਪੜ੍ਹਾਈ ਹੋਵੇਗੀ। ਦਿੱਲੀ ਸਮੇਤ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ 1 ਅਪ੍ਰੈਲ ਤੋਂ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਦਾਖਲੇ ਕਈ ਜਮਾਤਾਂ ਦੇ ਹੋ ਗਏ ਨੇ, ਕਈਆਂ ਦੇ ਹੋ ਜਾਣਗੇ। ਇਸ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਨੇ ਤਾਂ ਜੋ ਕਰੋਨਾ ਦੀ ਸਥਿਤੀ ਤੇ ਕਾਬੂ ਪਾਇਆ ਜਾ ਸਕੇ ਤੇ ਦਿੱਲੀ ਸਮੇਤ ਜ਼ਿਆਦਾਤਰ ਸੂਬਿਆਂ ਦੇ ਵਿੱਚ 1 ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਸਕੂਲ ਨਹੀਂ ਜਾ ਸਕਣਗੇ। ਦਿੱਲੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਕਤ ਕਰੋਨਾ ਵਾਇਰਸ ਦੀ ਲਾਗ ਦੀ ਵੱਧਦੀ ਰਫ਼ਤਾਰ ਕਰਕੇ ਛੋਟੀਆਂ ਕਲਾਸਾਂ ਲਈ ਸਕੂਲ ਹਾਲੇ ਨਹੀਂ ਖੋਲੇ ਜਾਣਗੇ ਤੇ ਦਿੱਲੀ ਤੋਂ ਇਲਾਵਾ ਪੰਜਾਬ, ਪੁਡੂਚੇਰੀ, ਗੁਜਰਾਤ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ ਸਮੇਤ ਕਈ ਹੋਰ ਸੂਬਿਆਂ ਨੇ ਵੀ ਛੋਟੀਆਂ ਕਲਾਸਾਂ ਲਈ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹਨਾਂ ਸੂਬਿਆਂ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਸੀ, ਪਰ ਮੁੜ ਤੋਂ ਕਰੋਨਾ ਦਾ ਰੌਲਾ ਪਿਆ ਤੇ ਸਕੂਲ ਦੁਬਾਰਾ ਬੰਦ ਕਰ ਦਿੱਤੇ ਗਏ ਨੇ। ਦਿੱਲੀ ਵਿੱਚ 에ਅਰ ਫੋਰਸ ਬਾਲ ਭਾਰਤੀ ਸਕੂਲ, ਦਿੱਲੀ ਪਬਲਿਕ ਸਕੂਲ ਸਣੇ ਕਈ ਹੋਰ ਪ੍ਰਸਿੱਧ ਸਕੂਲਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸਪੈਸ਼ਲ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ ਕਿ ਅਗਲੇ ਵਿਦਿਅਕ ਸੈਸ਼ਨ ਦੇ ਵਿੱਚ ਜਿੰਨਾ ਚਿਰ ਸਕੂਲ ਨਹੀਂ ਖੁੱਲਣਗੇ ਉਹਨਾਂ ਚਿਰ ਆਨਲਾਈਨ ਪੜ੍ਹਾਈ ਹੈ ਜਿਹੜੀ ਉਹ ਕੀਤੀ ਜਾਏਗੀ। ਰੈਗੂਲਰ ਕਲਾਸਿਸ ਮੁੜ ਸ਼ੁਰੂ ਕਰਨ ਲਈ ਹਜੇ ਕੁਝ ਵੀ ਸਪਸ਼ਟ ਨਹੀਂ ਹੈ ਕਿ ਕਦੋਂ ਸਕੂਲਾਂ ਦੇ ਵਿੱਚ ਆਫਲਾਈਨ ਪੜ੍ਹਾਈ ਹੈ ਜਿਹੜੀ ਉਹ ਸ਼ੁਰੂ ਹੋਵੇਗੀ। ਤੇ ਜੇ ਕੇਸਾਂ ਦੀ ਗੱਲ ਕਰ ਲਈਏ ਤਾਂ ਕਰੋਨਾ ਦੇ ਕੇਸਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਸਾਰੇ ਰਿਕਾਰਡ ਟੁੱਟ ਗਏ ਨੇ। ਇੱਕ ਦਿਨ ਦੇ ਵਿੱਚ 40,414 ਨਵੇਂ ਕੇਸ ਨੇ ਤੇ 108 ਮੌਤਾਂ ਨੇ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਨੇ ਤੇ ਕੁੱਲ ਇੱਥੇ ਮਹਾਰਾਸ਼ਟਰ ਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 27,13,875 ਹੋ ਗਈ ਹੈ। ਦੇਸ਼ ਦੇ 8 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਹਫ਼ਤਾਵਾਰੀ ਲਾਗਤ ਕੌਮੀ ਔਸਤਨ 5.4% ਨਾਲੋਂ ਵਧੇਰੇ ਹੈ ਤੇ ਮਹਾਰਾਸ਼ਟਰ ਦੇ ਵਿੱਚ ਇਹ ਜਿਹੜੀ ਪ੍ਰਤੀਸ਼ਤ ਹੈ ਲਾਗ ਦੀ ਦਰ ਦੀ ਉਹ 22% ਤੋਂ ਵੀ ਵੱਧ ਹੈ। ਪੰਜਾਬ ਦੀਆਂ ਖਬਰਾਂ ਦੇ ਵਿੱਚ ਜਾਂਦਿਆਂ ਦੇ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਘੂ ਬਾਰਡਰ ਦੀ ਸਟੇਜ ਤੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ 3 ਖੇਤੀ ਕਾਨੂੰਨਾਂ ਨੂੰ ਲੈ ਕੇ। ਸੀਨੀਅਰ ਵਕੀਲ ਜੋਗਿੰਦਰ ਸਿੰਘ ਤੂਰ ਦੀ ਲਿਖੀ ਹੋਈ ਕਿਤਾਬ ਹੈ ਇਨ ਕਾਨੂੰਨੋਂ ਮੇਂ ਕਾਲਾ ਕਿਆ। ਇਹ ਰਿਲੀਜ਼ ਕੀਤੀ ਗਈ ਹੈ ਸਿੰਘੂ ਬਾਰਡਰ ਦੀ ਮੁੱਖ ਸਟੇਜ ਦੇ ਉੱਤੇ। ਐਡਵੋਕੇਟ ਜੋਗਿੰਦਰ ਤੂਰ ਤੋਂ ਇਲਾਵਾ ਇੱਥੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਡਾਕਟਰ ਦਰਸ਼ਨਪਾਲ ਤੇ ਐਡਵੋਕੇਟ ਰਾਜੀਵ ਗੁਦਾਰਾ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਇਸ ਕਿਤਾਬ ਨੂੰ ਰਿਲੀਜ਼ ਕੀਤਾ ਅਤੇ ਦਾਅਵਾ ਕੀਤਾ ਹੈ ਕਿ ਇਸ ਕਿਤਾਬ ਦੇ ਵਿੱਚ 3 ਖੇਤੀ ਕਾਨੂੰਨਾਂ ਦਾ ਸੱਚ ਦੱਸਿਆ ਗਿਆ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਕਹੋਗੇ ਕਿ ਇਹ ਕਾਨੂੰਨ ਕਾਲੇ ਹਨ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ, ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।